ਤਾਂ ਮਹਾਰਾਜ ਨੇ ਇਸ 15ਵੀਂ ਅਸ਼ਟਪਦੀ ਦੇ ਆਰੰਭ ਵਿੱਚ ਸ਼ਲੋਕ ਉਚਾਰਨ ਕੀਤਾ। ਗੁਰਦੇਵ ਫਰਮਾਉਂਦੇ ਹਨ, ਸ਼ਲੋਕ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਣਨ ਹਾਰ ਜਾ ਕੈ ਸਿਮਰਨ ਉਦਰੀਐ ਨਾਨਕ ਤਿਸ ਬਲਿਹਾਰ। ਸਰਬ ਕਲਾ ਭਰਪੂਰ। ਸਰਬ ਦਾ ਅਰਥ ਹੈ ਸਾਰਾ। ਕਲਾ ਦਾ ਅਰਥ ਬਾਣੀ ਵਿੱਚ ਕਈ ਰੂਪਾਂ ਵਿੱਚ ਆਇਆ। ਕਲਾ ਦਾ ਅਰਥ ਕਲੇ ਕਲੇਸ਼ ਝਗੜਾ ਵੀ ਹੁੰਦਾ ਹੈ। ਕਲਾ ਦਾ ਅਰਥ ਸ਼ਕਤੀ ਪਾਵਰ ਤਾਕਤ ਵੀ ਹੁੰਦਾ ਹੈ। ਕਲਾ ਦਾ ਅਰਥ ਮਸ਼ੀਨ ਪੁਰਜਾ ਵੀ ਹੁੰਦਾ ਹੈ। ਕਲਾ ਦਾ ਅਰਥ ਸਤਿਗੁਰੂ ਪਾਤਸ਼ਾਹ ਜੀ ਨੇ ਵਿਦਿਆ ਵੀ ਕੀਤਾ, ਹੁਨਰ ਵੀ ਕੀਤਾ ਹੈ। ਜਿਵੇਂ ਆਪਾਂ ਕਹਿੰਦੇ ਹਾਂ 16 ਕਲਾ ਭਰਪੂਰ, ਜਿੰਦੇ ਵਿੱਚ 16 ਕਲਾਵਾਂ ਉਹ ਮਨੁੱਖ ਜਿਹੜਾ ਸੰਪੂਰਨ ਹੈ। ਤੇ ਅਸੀਂ ਕਹਿੰਦੇ ਹਾਂ ਵੀ ਇਹ 16 ਕਲਾ ਸਿਰਫ ਤਾਂ ਸਿਰਫ ਰੱਬ ਜਾਂ ਗੁਰੂ ਵਿੱਚ ਹੀ ਹੋ ਸਕਦੀਆਂ ਨੇ, ਮਨੁੱਖ ਵਿੱਚ ਨਹੀਂ ਹੋ ਸਕਦੀਆਂ। ਪਰ ਗੁਰੂ ਅਰਜਨ ਸਾਹਿਬ ਮਹਾਰਾਜ ਵੇਖੋ ਕਿੰਨੀ ਵੱਡੀ ਗੱਲ ਇੱਥੇ ਕਹਿ ਰਹੇ ਨੇ, ਸਰਬ ਕਲਾ ਭਰਪੂਰ। ਪਰਮਾਤਮਾ ਸਾਰੀਆਂ ਕਲਾ ਦੇ ਨਾਲ ਭਰਪੂਰ ਹੈ, ਭਾਵ ਸਾਰੀਆਂ ਸ਼ਕਤੀਆਂ ਨਾਲ। ਉਹਦੇ ਵਿੱਚ ਹਰ ਇੱਕ ਹੁਨਰ ਹੈ, ਹਰ ਇੱਕ ਗੁਣ ਹੈ ਅਕਾਲ ਪੁਰਖ ਵਿੱਚ। ਇਸ ਕਰਕੇ ਆਪਾਂ ਉਸ ਕਰਤੇ ਨੂੰ ਆਖਦੇ ਹਾਂ ਵੀ ਉਹ ਬੇਅੰਤ ਗੁਣਾਂ ਦਾ ਮਾਲਕ ਹੈ। ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਜਾਂ ਬਚਨ ਪੜ੍ਹਦੇ ਹਾਂ, ਜਿਹਵਾ ਏਕ ਕਵਣ ਗੁਣ ਕਹੀਐ, ਬੇਸ਼ੁਮਾਰ ਬੇਅੰਤ ਸੁਆਮੀ, ਤੇਰੋ ਅੰਤ ਨਾ ਕਿਨਹੀ ਲਈ ਹੈ। ਤੇ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਜੀ ਰੋਜ਼ ਕਿਰਪਾ ਕਰਦੇ ਨੇ, ਸਭਨਾ ਗੱਲਾਂ ਸਮਰੱਥ ਸੁਆਮੀ। ਉਹਦੇ ਵਿੱਚ ਇੰਨੀ ਤਾਕਤ ਹੈ, ਇੰਨੀ ਪਾਵਰ ਹੈ, ਹਰ ਇੱਕ ਗੱਲ ਨੂੰ ਪੂਰਾ ਕਰਨ ਦੀ ਸਮਰੱਥ ਹੈ ਉਹਦੇ ਵਿੱਚ। ਅਸੀਂ ਇਹ ਨਹੀਂ ਕਹਿ ਸਕਦੇ ਵੀ ਰੱਬ ਆ ਨਹੀਂ ਕਰ ਸਕਦਾ, ਉਹ ਹਰ ਇੱਕ ਕਾਰਜ ਕਰ ਸਕਦਾ ਹੈ। ਪਰ ਉਹਦੀ ਇੱਕ ਖਾਸੀਅਤ ਹੈ, ਉਹ ਕਰ ਰਿਹਾ ਹੈ ਪਰ ਜਤਾ ਨਹੀਂ ਰਿਹਾ। ਮਨੁੱਖ ਅਤੇ ਉਹਦੇ ਨਾਲੋਂ ਫਰਕ ਕੀ ਹੈ? ਇਸ ਅਸ਼ਟਪਦੀ ਵਿੱਚ ਇਹੀ ਸਾਰੀ ਜਿਹੜੀ ਹੈ ਪਾਤਸ਼ਾਹ ਜੀ ਨੇ ਸਿੱਖਿਆ ਦਿੱਤੀ ਹੈ ਕਿ ਮਨੁੱਖ ਕਰਕੇ ਜਤਾਉਂਦਾ ਹੈ ਵੀ ਮੈਂ ਕਰ ਰਿਹਾ, ਅਕਾਲ ਪੁਰਖ ਕਰਕੇ ਕਦੀ ਜਤਾਉਂਦਾ ਨਹੀਂ ਵੀ ਮੈਂ ਕਰ ਰਿਹਾ। ਇਹ ਫਰਕ ਹੈ, ਇਹ ਅੰਤਰ ਹੈ। ਪਰ ਜਦੋਂ ਰੱਬੀ ਸੇਵਕ ਅਕਾਲ ਪੁਰਖ ਨਾਲ ਜੁੜ ਜਾਂਦਾ ਹੈ ਤਾਂ ਉਹਦਾ ਰੂਪ ਹੋ ਜਾਂਦਾ ਹੈ। ਫਿਰ ਉਹ ਵੀ ਕਹਿਣ ਲੱਗ ਜਾਂਦਾ ਹੈ ਨਹੀਂ ਉਹ ਕਰ ਰਿਹਾ, ਮੈਂ ਨਹੀਂ ਕਰ ਰਿਹਾ। ਕਿਉਂਕਿ ਉਹ ਵੇਖਣ ਲੱਗ ਪੈਂਦਾ ਹੈ, ਉਹਨੂੰ ਨਜ਼ਰ ਆਉਣ ਲੱਗ ਪੈਂਦਾ ਹੈ ਵੀ ਜੋ ਕੁਛ ਵੀ ਕਰ ਰਿਹਾ ਅਕਾਲ ਪੁਰਖ ਕਰ ਰਿਹਾ, ਮੈਂ ਨਹੀਂ ਕਰ ਰਿਹਾ। ਤੁਸੀਂ ਕਦੀ ਵੇਖੋ ਭਗਤਾਂ ਨੇ ਜਾਂ ਗੁਰਮੁਖਾਂ ਨੇ, ਗੁਰਸਿੱਖਾਂ ਨੇ, ਗੁਰੂ ਸਾਹਿਬਾਨ, ਉਹਨਾਂ ਕਦੀ ਨਹੀਂ ਆਖਿਆ ਵੀ ਇਹ ਅਸੀਂ ਕੀਤਾ ਹੈ। ਉਹ ਹਮੇਸ਼ਾ ਕਹਿੰਦੇ ਵੀ ਕਰਤਾ ਕਰਨ ਵਾਲਾ ਹੈ, ਅਕਾਲ ਪੁਰਖ ਕਰਨ ਵਾਲਾ ਹੈ। ਪਰ ਅੱਛਾ, ਜੇ ਕੋਈ ਸਾਨੂੰ ਮੜੀ ਜੀ ਕੁਝ ਪ੍ਰਾਪਤੀ ਹੋ ਜਾਵੇ, ਤੇ ਜੇ ਮੰਨ ਲਓ 10 ਬੰਦਿਆਂ ਵਿੱਚ ਕੋਈ ਗੱਲ ਚੱਲਦੀ ਹੋਵੇ ਤੇ ਜਿਹਨੇ ਕੁਝ ਪ੍ਰਾਪਤੀ ਕੀਤੀ ਹੋਵੇ, ਜੇ ਉਹਦਾ ਜ਼ਿਕਰ ਨਾ ਹੋਵੇ ਤੇ ਉਹ ਫਿਰ ਆਪਣੇ ਆਪ ਦੀ ਹੇਠੀ ਸਮਝ ਲੈਂਦਾ ਹੈ। ਉਹ ਕਹਿੰਦਾ ਮੇਰਾ ਤੇ ਨਾਂ ਨਹੀਂ ਲਿਆ। ਇੱਦਾਂ ਹੀ ਹੁੰਦਾ। ਮੰਨ ਲਓ ਵੀ ਕਿਸੇ ਨੇ ਥੋੜ੍ਹਾ ਜਿਹਾ ਕੋਈ ਧਰਮ ਦਾ ਕਾਰਜ ਕੀਤਾ ਹੋਵੇ ਤੇ ਜੇ ਉਹਦਾ ਨਾਂ ਨਾ ਲਓ ਤੇ ਅਗਲੇ ਵਾਰੀ ਉਹ ਫਿਰ ਆਉਂਦਾ ਨਹੀਂ, ਉਹ ਦੁਬਾਰਾ ਮੁੜ ਫਿਰ ਨਹੀਂ ਆਉਂਦਾ ਵੀ ਮੈਂ, ਕਿਉਂਕਿ ਮੇਰਾ ਨਹੀਂ ਜ਼ਿਕਰ ਹੋਇਆ। ਇਹ ਬੜੀ ਵੱਡੀ ਸਮੱਸਿਆ ਹੈ। ਇਹ ਅਸਲ ਵਿੱਚ ਹਉਮੈ ਹੈ ਜਿਹੜੀ ਬੰਦੇ ਨੂੰ ਜਤਾਉਂਦੀ ਹੈ ਵੀ ਮੈਂ ਕੁਛ ਕਰ ਰਿਹਾ ਵਾਂ। ਉਹ ਹਉਮੈ ਜਿਹੜੀ ਉਹ ਖੁਰਾਕ ਲੈਣਾ ਚਾਹੁੰਦੀ ਹੈ ਵਡਿਆਈ ਦੀ। ਇਸ ਕਰਕੇ ਇਹ ਇੱਕ ਇੱਕ ਚੀਜ਼ ਨੂੰ ਜ਼ਾਹਰ ਕਰਨਾ ਚਾਹੁੰਦਾ, ਪ੍ਰਗਟ ਕਰਨਾ ਚਾਹੁੰਦਾ ਦੁਨੀਆ ਦੇ ਅੰਦਰ। ਦੂਜੇ ਪਾਸੇ ਰੱਬ ਦੇ ਪਿਆਰੇ ਤੇ ਰੱਬ ਉਹਨੂੰ ਗੁਪਤ ਰੱਖਣਾ ਚਾਹੁੰਦੇ ਨੇ, ਉਹ ਜਗ ਜ਼ਾਹਰ ਨਹੀਂ ਕਰਨੇ ਚਾਹੁੰਦੇ। ਤੇ ਵੇਖੋ ਉਹਦੇ ਵਿੱਚ ਕਿੱਡੀ ਵੱਡੀ ਬਖਸ਼ਿਸ਼ ਹੈ। ਉਹ ਛੁਪਾਉਣਾ ਚਾਹੁੰਦੇ ਨੇ ਤੇ ਸੰਸਾਰ ਵਿੱਚ ਪ੍ਰਸਿੱਧ ਹੋ ਜਾਂਦੇ ਨੇ। ਇਹ ਜ਼ਾਹਰ ਕਰਨਾ ਚਾਹੁੰਦਾ ਹੈ ਤੇ ਇਹਨੂੰ ਲੋਕੀ ਜਾਣਦੇ ਨਹੀਂ।
ਇਹ ਅੰਤਰ ਹੈ। ਜਿੰਨਾ ਤੁਸੀਂ ਆਪਣੇ ਆਪ ਨੂੰ ਸੰਕੋਚ ਕੇ ਰੱਖੋਗੇ, ਗੁਪਤ ਰੱਖੋਗੇ, ਓਨੀ ਵਡਿਆਈ ਵੱਧਦੀ ਜਾਵੇਗੀ। ਤੇ ਜਿੰਨਾ ਜ਼ਾਹਰ ਕਰੋਗੇ, ਪ੍ਰਗਟ ਕਰੋਗੇ, ਓਨੀ ਵਡਿਆਈ ਘੱਟ ਹੋਵੇਗੀ। ਤਾਂ ਮਹਾਰਾਜ ਕਹਿ ਰਹੇ ਨੇ ਵੀ ਅਕਾਲ ਪੁਰਖ ਤਾਂ ਸਾਰੀਆਂ ਕਲਾ ਸ਼ਕਤੀਆਂ ਦੇ ਸਮਰੱਥ ਹੈ। ਕਿਹੜੀ ਤਾਕਤ ਉਹਦੇ ਹੱਥ ਵਿੱਚ ਨਹੀਂ ਹੈ। ਉਹ ਭਲਿਆ ਸਾਰੀ ਕਾਇਨਾਤ ਨੂੰ ਚਲਾ ਰਿਹਾ ਹੈ। ਉਸ ਤੋਂ ਵੱਡੀ ਤਾਕਤ ਹੋਰ ਕੀ ਹੋ ਸਕਦੀ ਹੈ। ਤੂੰ ਤੇ ਦਾਅਵਾ ਕਰਦਾ ਘਰ ਦੇ 4 ਜੀਅ ਪਾਲ ਕੇ, ਤੇ ਇਹ ਮਾਣ ਕਰਦਾ ਵੀ ਮੈਂ ਪਾਲੇ ਨੇ। ਤੂੰ ਇੱਕ ਘਰ ਬਣਾ ਲਿਆ, ਕੁਝ ਧਨ ਕਮਾ ਲਿਆ, ਤੇ ਇਹ ਦਾਅਵਾ ਕਰਦਾ ਵੀ ਇਹ ਤੇ ਮੈਂ ਕਮਾਇਆ, ਇਹ ਮੈਂ ਬਣਾਇਆ। ਪਰ ਉਹ ਵੇਖ ਅਕਾਲ ਪੁਰਖ, ਤੂੰ ਇੱਕ ਮਕਾਨ ਬਣਾ ਕੇ ਦਾਅਵਾ ਕਰ ਰਿਹਾ ਹੈ, ਤੇ ਉਹਨੇ ਏਡਾ ਵੱਡਾ ਬ੍ਰਹਿਮੰਡ ਬਣਾਇਆ, ਉਹਦੇ ਵਰਗਾ ਘੋਰ ਬਣਾ ਨਹੀਂ ਸਕਦਾ, ਤੇ ਉਹ ਤਾਂ ਹੀ ਦਾਅਵਾ ਨਹੀਂ ਕਰ ਰਿਹਾ। ਤਾਂ ਮਹਾਰਾਜ ਕਹਿ ਰਹੇ ਨੇ ਕਿੱਡੀ ਵੱਡੀ ਤਾਕਤ ਹੈ ਅਕਾਲ ਪੁਰਖ। ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਣਨ ਹਾਰ। ਤਾਂ ਇੱਕ ਗੁਣ ਜਿਹੜਾ ਰੱਬ ਦਾ ਦੱਸਿਆ ਉਹਨਾਂ ਸ਼ਕਤੀਆਂ ਵਿੱਚੋਂ, ਉਹ ਇੱਕ ਗੁਣ ਕਿਹੜਾ ਹੈ ਕਿ ਉਹ ਬੰਦੇ ਦੇ ਅੰਦਰ ਦੀ ਪੀੜਾ ਨੂੰ ਜਾਣਦਾ ਹੈ। ਹੁਣ ਸਾਡੇ ਨਾਲ ਕੋਈ ਬੈਠਾ ਹੋਵੇ ਤੇ ਸਾਨੂੰ ਨਹੀਂ ਪਤਾ ਵੀ ਉਹਦੇ ਅੰਦਰ ਕੀ ਦੁੱਖ ਤਕਲੀਫ ਚੱਲ ਰਿਹਾ, ਪਰ ਅਕਾਲ ਪੁਰਖ ਨੂੰ ਪਤਾ ਹੈ। ਧੰਨ ਕਲਗੀਧਰ ਮਹਾਰਾਜ ਇਹਦੇ ਉੱਤੇ ਮੋਹਰ ਲਾਉਂਦੇ ਨੇ ਇਸ ਗੱਲ ਉੱਤੇ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਉਹ ਭਲਿਆ ਤੂੰ ਤਾਂ ਬਾਅਦ ਵਿੱਚ ਤੈਨੂੰ ਉਸ ਚੀਜ਼ ਦਾ ਪਤਾ ਲੱਗਦਾ ਏ, ਪਰ ਅਕਾਲ ਪੁਰਖ ਨੂੰ ਤੇ ਪਹਿਲਾਂ ਹੀ ਪਤਾ ਲੱਗ ਜਾਂਦਾ। ਉਹਨੂੰ ਤਾਂ ਪਹਿਲਾਂ ਹੀ ਪਤਾ ਹੈ ਵੀ ਤੇਰੇ ਅੰਦਰ ਕੀ ਪੀੜਾ ਹੈ, ਕੀ ਤਕਲੀਫ ਹੈ, ਕੀ ਦੁੱਖ ਹੈ। ਪਰ ਅਕਾਲ ਪੁਰਖ ਪਰਮਾਤਮਾ ਇੰਨਾ ਸਮਰੱਥ ਹੈ, ਉਹਨੂੰ ਹਰ ਇੱਕ ਦੇ ਅੰਦਰ ਦੀ। ਅੱਛਾ, ਅਸੀਂ ਤਾਂ ਬੋਲ ਕੇ ਵੀ ਦੱਸ ਦਿਆਂਗੇ ਸਾਡੇ ਸਿਰ 'ਚ ਪੀੜ ਹੈ, ਢਿੱਡ 'ਚ ਪੀੜ ਹੈ, ਆਹ ਰੋਗ ਹੈ, ਤਕਲੀਫ ਹੈ। ਰੱਬ ਤੇ ਉਹਨਾਂ ਦੀ ਪੀੜਾ ਵੀ ਜਾਣਦਾ ਹੈ ਜਿਹੜੇ ਬੋਲ ਨਹੀਂ ਸਕਦੇ। ਇਸ ਕਰਕੇ ਮਹਾਰਾਜ ਨੇ ਇੱਕ ਬਚਨ ਕਹਿਣਾ ਪਿਆ ਬਾਣੀ ਵਿੱਚ, ਵਿਣ ਬੋਲਿਆ ਸਭ ਕੀ ਜਾਣਦਾ, ਕਿਸ ਆਗੇ ਕੀਚੈ ਅਰਦਾਸ। ਤੂੰ ਤਾਂ ਬੋਲ ਕੇ ਅਰਦਾਸ ਕਰ ਲਈ ਨਾ, ਜਿਨ੍ਹਾਂ ਕੋਲ ਬੋਲ ਨਹੀਂ ਉਹ ਕੀ ਕਰਨਗੇ। ਜਿਨ੍ਹਾਂ ਕੋਲ ਸ਼ਬਦ ਨਹੀਂ ਕਿ ਉਹ ਅਰਦਾਸ ਨਹੀਂ ਕਰ ਸਕਦੇ, ਜਿਨ੍ਹਾਂ ਕੋਲ ਜ਼ੁਬਾਨ ਨਹੀਂ ਉਹ ਅਰਦਾਸ ਨਹੀਂ ਕਰ ਸਕਦੇ। ਜਿਹੜੇ ਜੀਵ ਜਿਨ੍ਹਾਂ ਕੋਲ ਸ਼ਬਦ ਨਹੀਂ ਹੈ ਕਿ ਉਹ ਅਰਦਾਸ ਨਹੀਂ ਕਰਦੇ ਹੋਣਗੇ। ਦੁਨੀਆ ਦੀ ਹਰ ਇੱਕ ਚੀਜ਼, ਬਾਬਾ ਨਾਨਕ ਕਹਿ ਰਹੇ ਵੀ ਹਰ ਇੱਕ ਚੀਜ਼ ਰੱਬ ਦੀ ਵਡਿਆਈ ਕਰ ਰਹੀ ਹੈ, ਭਾਵੇਂ ਅੱਗ ਹੈ, ਹਵਾ ਹੈ, ਪਾਣੀ ਹੈ, ਦਰਖਤ ਹੈ, ਵਨਸਪਤੀ ਹੈ। ਇਹ ਦਿਸਦਾ ਹੋਇਆ ਸਾਰਾ ਸੰਸਾਰ ਰੱਬ ਦੇ ਗੁਣ ਗਾ ਰਿਹਾ ਹੈ। ਤੇ ਤੂੰ ਥੋੜ੍ਹਾ ਜਿਹਾ ਸਮਾਂ ਬੈਠ ਕੇ ਕੀ ਨਾਮ ਜਪ ਲਿਆ ਤੇ ਤੂੰ ਦਾਅਵਾ ਕਰਨ ਲੱਗ ਪੈਂਦਾ ਹੈ। ਤੂੰ ਬੋਲ ਰਿਹਾ ਤੇ ਤੈਨੂੰ ਵਿਸ਼ਵਾਸ ਨਹੀਂ। ਵੇਖੋ ਅਸੀਂ ਤਾਂ ਬੋਲ ਕੇ ਉੱਚੀ ਉੱਚੀ ਪੁਕਾਰ ਕੇ ਵੀ, ਭਗਤਾਂ ਨੇ ਬੜਾ ਪਿਆਰਾ ਆਖਿਆ, ਤੂੰ ਤਾਂ ਕੋਠੇ ਤੇ ਚੜ੍ਹ ਚੜ੍ਹ ਕੇ ਆਵਾਜ਼ਾਂ ਮਾਰਦਾ। ਉਹਨਾਂ ਆਖਿਆ ਰੱਬ ਕੀ ਬਹਿਰਾ ਹੋ ਗਿਆ, ਬੋਲਾ ਏ ਉਹਨੂੰ ਸੁਣਦਾ ਨਹੀਂ। ਅਸੀਂ ਉੱਚੀ ਉੱਚੀ ਪੁਕਾਰ ਕੇ ਰੱਬ ਨੂੰ ਆਵਾਜ਼ਾਂ ਮਾਰਦੇ ਹਾਂ ਤੇ ਕੀ ਰੱਬ ਨੂੰ ਸੁਣਦਾ ਨਹੀਂ। ਅੱਜ ਸਾਡੇ ਸਮਾਜ ਦੇ ਵਿੱਚ ਇੱਕ ਬੜੀ ਵੱਡੀ ਸਮੱਸਿਆ ਬਣੀ ਹੋਈ ਹੈ, ਔਰ ਧਾਰਮਿਕ ਪੱਧਰ ਦੇ ਉੱਤੇ ਇੱਕ ਬੜਾ ਵੱਡਾ ਵਿਸ਼ਾ ਬਣ ਗਿਆ ਵੀ ਧਾਰਮਿਕ ਸਥਾਨਾਂ ਵਿੱਚ ਲੱਗੇ ਹੋਏ ਸਪੀਕਰ ਜਿਹੜੇ ਨੇ, ਉਹ ਜਦੋਂ ਸਵੇਰੇ ਸ਼ਾਮ ਵੱਜਦੇ ਨੇ ਤੇ ਬੜੇ ਸਾਰੇ ਲੋਕ ਉਹਨਾਂ ਦਾ ਵਿਰੋਧ ਕਰਦੇ ਨੇ। ਹੁਣ ਕਈਆਂ ਦਾ ਮੰਨਣਾ ਇਹ ਹੁੰਦਾ ਹੈ ਵੀ ਅਸੀਂ ਆਰਾਮ ਕਰਨਾ ਹੁੰਦਾ ਹੈ, ਕਿ ਰਾਤ ਨੂੰ ਡਿਊਟੀ ਕਰਦੇ, ਕੋਈ ਸਵੇਰੇ ਆ ਕੇ ਸੌਂਦੇ ਨੇ, ਤੇ ਕਈਆਂ ਬੱਚਿਆਂ ਨੇ ਪੜ੍ਹਨਾ ਹੁੰਦਾ ਹੈ, ਕੋਈ ਬਿਮਾਰ ਵੀ ਹੋ ਸਕਦਾ ਹੈ, ਕਈ ਗੱਲਾਂ ਹੋ ਸਕਦੀਆਂ ਨੇ। ਪਰ ਇਹ ਸੋਚਣ ਵਾਲੀ ਗੱਲ ਹੈ ਕਿ ਆਪਾਂ ਸੁਣਾਉਣਾ ਕਿਹਨੂੰ ਚਾਹੁੰਦੇ ਹਾਂ। ਕਿ ਅਸੀਂ ਗੁਰਦੁਆਰਿਆਂ ਵਿੱਚ ਬੈਠੇ ਹੋਏ ਸੁਣ ਰਹੇ ਹੁੰਦੇ ਹਾਂ। ਜੇ ਗੁਰਦੁਆਰਿਆਂ ਵਿੱਚ ਧਾਰਮਿਕ ਸਥਾਨਾਂ ਅੰਦਰ ਬੈਠੇ ਹੋਏ ਰੱਬ ਨੂੰ ਨਹੀਂ ਸੁਣ ਪਾ ਰਹੇ, ਤੇ ਨਾਲ ਜਿਹੜੇ ਘਰ ਦੇ ਬੈਠੇ ਸੁੱਤੇ ਹੋਣਗੇ ਉਹ ਕੀ ਸੁਣ ਰਹੇ ਹੋਣਗੇ। ਭਲਿਆ ਤੂੰ ਬਿਲਕੁਲ ਨੇੜੇ ਹੋ ਕੇ ਵੀ ਅਣਸੁਣਿਆ ਕਰ ਦਿੰਦਾ ਹੈ, ਤੇ ਤੂੰ ਦੂਰ ਬੈਠਾ ਕਿਵੇਂ ਸੁਣ ਲਵੇਂਗਾ। ਔਰ ਪੰਜਾਬ ਦੇ ਵਿੱਚ ਮੈਂ ਵੇਖਣਾ ਕਈ ਵਾਰੀ ਕਮਾਲ ਹੋ ਜਾਂਦੀ ਹੈ,
चार चार पंज पंज गुरुद्वारे ने, एक ने उधर स्पीकर किया होंदा, एक ने उधर किया होंदा, वो भाई इधर वाला वो जोर ला रहा होंदा, उधर वाला वो भाई जोर ला रहा होंदा, एक जिवें कंपीटीशन चल रहा होंदा, मुकाबला चल रहा होंदा, मेरी तेरे नालों उच्ची आवाज़, वो कहंदा मेरी तेरे नालों उच्ची आवाज़, तो समझ किसी दी नहीं आ रही। कितना चंगा होंदा जे सारा पिंड एक थां ते बैठदा, इक्को स्पीकर चलदा, सारे सुनते ते सुन के उन्होंने कमाउंदे, कितनी चंगी गल हुंदी। पर आपां इन्हां चीज़ां ते लड़न लई तां तैयार हो जाने, पर गल नूं समझण लई कोई तैयार नहीं। भगतां ने कह दिता रब ना ते बहरा है, क्योंकि वह तां उन्हां दी भी सुनदा है जिहड़े नहीं बोल सकते, बिन बोलिया सब की जानदा। कलगीधर महाराज भी आखते ने तू तो केवल बोलां की गल करदा, वो तो तेरे अंदर बैठा होया है, तेरे अंदर की तकलीफ नूं भी जानदा भी की है। घट घट के अंतर की जानत, भले बुरे की पीर पछाणत, चीटी ते कुंचर अस्तुला, सब पर किरपा दिष्ट कर फूला। किन्नी ताकत है उहदे विच, कीड़ियां नूं हाथी जिन्नी ताकत दे सकदा है। कीड़ियां तो लैके हाथियां तक उनकी कृपा वरत रही है, बख्शिश हो रही है। चाहे तो एक कीड़ी नूं हाथी जिन्ना बल दे देवे, ते चाहे तो हाथी कोलों बल खो के ते कीड़ी बना देवे, एडी समर्था है उनदे विच। एक एक ही पीर पछानै, घट घट के पट पट की जानै, एक एक मनुख की तकलीफ का उन्होंने अंदाज़ा है। तो महाराज इत्थे रहमत कर रहे ने, वो बिरथा जाननहार, बिरथा का अर्थ है दर्द, तकलीफ, पेन, हर एक दे अंदर की तकलीफ का उन्होंने पता है। जाकै सिमरन उदरीए, तो उस प्रभु का सिमरन करना चाहिए फिर जिहड़ा सारियां दे अंदर दी जानन वाला है। तो की हुंदा है, उहदा सिमरन कीतियां बंदा विकारां तो बच जाता है। नानक तिस बलिहार, हे नानक उस मालक नूं कुर्बान जा, सदके जा। अष्टपदी टूटी गांडन हार गोपाल, सर्व जियां आपे प्रतिपाल। वो अकाल पुरख परमात्मा सारे जीवां दी पालना करन वाला है। जिहड़े दिसदे ने उन्हां दी भी पालना करदा है, जिहड़े नहीं दिसदे उन्हां दी भी पालना करदा है। जिहड़े उहदा नाम जपदे ने उन्हां दी भी पालना करदा है, जिहड़े नहीं जपदे वो उन्हां दी भी पालना करदा है। सारियां दी संभाल कर रहा है। फिर उहदे विच एक होर गुण ये है, टूटी गांढण हार गोपाल। वो धरती का पालक प्रभु टुटियां नूं दोबारा जोड़ के अपने नाल गंढ लैंदा है। जिवें कोई धागा टुट जाए तो आपां उहनूं जोड़ लैंदे आ गंढ मार के। जिवें कोई चीज़ टुट जाती है आपां यतन करते हैं टुटी हुई चीज़ दोबारा जुड़ जाए। जेड़े रब तो टुट जाते हैं ना, रब चाहुंदा है भी ये मुड़ मेरे नाल जुड़ जाण, मैं इन्हां नूं अपने नाल जोड़ लवां। इस करके रब गुरु नाल जोड़दा है ते गुरु सानू रब नाल जोड़ दिंदा है, टुटियां होयां नूं जोड़ लैंदा है। वो बड़ा दयालु है। एक शाही टिब्बी उत्ते धन कलगीधर महाराज पातशाह जी बैठे सन, ते एक गुरु का सिख जिहड़ा कदी टुट गया सी, कदी लिख के दे गया सी, महाराज तू साडा गुरु नहीं, असीं तेरे सिख नहीं। ते वो अज सामने मैदाने जंग विच लड़दा पिया, ते लड़दियां लड़दियां अत दा जख्मी हो गया, दुश्मन ते चला गया, दौड़ गया। पर वो जख्मी होया पिया ते आवाज़ मुख तो कढ़ रहे भी धन कलगीधर पातशाह, बस एक बार ददार दे दे, दर्शन दे दे। हुण महाराज जदों शाही टिब्बी ते बैठे थल्ले लगे उतरन, ते सिखां ने आख्या महाराज तुसीं ना जाओ, असीं जावांगे। हो सकदा कोई दुश्मन लुक के बैठा होवे, कोई वार कर देवे। महाराज कह लगे नहीं अज ना रोको, क्यों अज मैनूं कोई मेरा प्यारा सिख बुला रहा है। शाही टिब्बी तो थले उतर के आए, ते आके उस गुरसिख प्यारे इस तरह चुक के सिर ते पातशाह जी ने अपनी गोदी विच इस तरह रख लिया, कपड़े दे नाल मूँह साफ किया, खून लगा सी,
ਜੰਗ ਵਿੱਚ ਲੜਦਾ ਤੇ ਸਿਸਕੀਆਂ ਲੈ ਰਿਹਾ ਸੀ, ਅਖੀਰਲੇ ਸਾਹ ਚੱਲ ਰਹੇ ਸਨ। ਬਸ ਇੱਕੋ ਹੀ ਬਚਨ, ਧੰਨ ਕਲਗੀਧਰ ਪਾਤਸ਼ਾਹ ਦੀਦਾਰ ਦੇ ਦੇ, ਦਰਸ਼ਨ ਦੇ ਦੇ। ਅਖੀਰਲੇ ਵੇਲੇ ਬਾਰ ਬਾਰ ਮਹਾਰਾਜ ਨੂੰ ਪੁਕਾਰ ਰਿਹਾ, ਗੁਰੂ ਗੁਰੂ ਕਰ ਰਿਹਾ, ਤੇ ਪਾਤਸ਼ਾਹ ਜੀ ਮੁਖ ਤੇ ਪਾਣੀ ਪਾਉਂਦੇ ਨੇ। ਕਹਿ ਲਗੇ ਮਹਾਂ ਸਿੰਘ ਅੱਖ ਖੋਲ, ਵੇਖ ਕੌਣ ਹੈ ਜਿਹਨੂੰ ਤੂੰ ਪੁਕਾਰ ਰਿਹਾ ਤੇ ਬਿਲਕੁਲ ਤੇਰੇ ਕੋਲ ਹੈ, ਦੂਰ ਨਹੀਂ। ਅੱਖਾਂ ਖੋਲੀਆਂ, ਹੱਥ ਜੋੜ ਲਏ, ਸਤਿਗੁਰੂ ਜਦੋਂ ਮੈਂ ਆਪਣੇ ਵੱਲ ਵੇਖਦਾ ਤੇ ਮੇਰੇ ਵਰਗਾ ਭਾਗਾਂ ਵਾਲਾ ਕੋਈ ਨਹੀਂ, ਪਰ ਜਦੋਂ ਮੈਂ ਪਾਤਸ਼ਾਹ ਜੀ ਚਮਕੌਰ ਦੀ ਗੜੀ ਨੂੰ ਵੇਖਦਾ ਵਾਂ ਤੇ ਸਤਿਗੁਰ ਸੱਚੇ ਪਾਤਸ਼ਾਹ ਜੀਓ, ਮੈਂ ਉਹਨਾਂ ਸਾਹਿਬਜ਼ਾਦਿਆਂ ਨੂੰ ਵੇਖ ਕੇ ਆਪਣੇ ਆਪ ਨੂੰ ਬੜਾ ਸੁਭਾਗਾ ਸਮਝਦਾ ਵਾਂ, ਪਰ ਇੱਕ ਪੱਖ ਤੋਂ ਆਪਣੇ ਆਪ ਨੂੰ ਅਭਾਗਾ ਵੀ ਸਮਝਦਾ ਵਾਂ। ਮਹਾਰਾਜ ਕਹਿ ਲਗੇ ਕਿਵੇਂ? ਸਤਿਗੁਰੂ ਜਦੋਂ ਤੈਨੂੰ ਸਾਡੀ ਲੋੜ ਸੀ ਤੇ ਆਪਾਂ ਤੈਨੂੰ ਛੱਡ ਕੇ ਆ ਗਏ। ਜਦੋਂ ਤੈਨੂੰ ਜ਼ਰੂਰਤ ਸੀ ਨਾ, ਅਸੀਂ ਤੈਨੂੰ ਬਦਾਵਾ ਲਿਖ ਕੇ ਦੇ ਕੇ ਆ ਗਏ। ਕਿੰਨਾ ਭਾਗਾ ਹਾਂ ਮੈਂ, ਪਰ ਮੈਂ ਕਿੰਨਾ ਸੁਭਾਗਾ ਵੀ ਹਾਂ। ਤੇਰੇ ਪੁੱਤਰਾਂ ਨੂੰ ਤੇਰੀ ਗੋਦ ਜਿਹੜੀ ਹੈ ਨਸੀਬ ਨਹੀਂ ਹੋਈ ਅੰਤਲੇ ਵੇਲੇ, ਤੇ ਤੂੰ ਇਸ ਤਰ੍ਹਾਂ ਉਹਨਾਂ ਦੀਆਂ ਲੋਥਾਂ ਦੇ ਉੱਤੋਂ ਤੁਰ ਕੇ ਆ ਗਿਆ। ਤੂੰ ਇੱਕ ਵਾਰ ਉਹਨਾਂ ਕੋਲ ਬੈਠ ਕੇ ਹੱਥ ਵੀ ਨਹੀਂ ਫੇਰਿਆ ਮੁਖ ਤੇ, ਪਰ ਮੈਂ ਕਿੱਡਾ ਸੁਭਾਗਾ ਵਾਂ, ਤੇਰੀ ਗੋਦੀ ਵਿੱਚ ਪਿਆ ਵਾਂ। ਮੇਰੇ ਵਰਗਾ ਸੁਭਾਗਾ ਵੀ ਕੋਈ ਨਹੀਂ ਤੇ ਅਭਾਗਾ ਵੀ ਕੋਈ ਨਹੀਂ। ਤੇ ਮਹਾਰਾਜ ਨੇ ਪਤਾ ਸੀ ਕੀ ਬਚਨ ਆਖਿਆ ਸੀ, ਗੁਰੂ ਕਦੀ ਦਰਵਾਜ਼ੇ ਬੰਦ ਨਹੀਂ ਕਰਦਾ। ਰੱਬ ਨੇ ਕਦੀ ਦਰਵਾਜ਼ੇ ਬੰਦ ਨਹੀਂ ਕੀਤੇ, ਦਰਵਾਜ਼ੇ ਹਮੇਸ਼ਾ ਸਿੱਖ ਹੀ ਬੰਦ ਕਰਦਾ ਹੈ। ਸਿੱਖ ਹੀ ਗੁਰੂ ਨੂੰ ਛੱਡ ਕੇ ਜਾਂਦਾ ਹੈ, ਗੁਰੂ ਕਦੀ ਸਿੱਖ ਨੂੰ ਨਹੀਂ ਛੱਡ ਕੇ ਜਾਂਦਾ। ਅਸੀਂ ਗੁਰੂ ਤੋਂ ਦੂਰ ਚਲੇ ਜਾਂਦੇ ਹਾਂ, ਕਿਉਂਕਿ ਜਦੋਂ ਸਾਡਾ ਸਵਾਰਥ ਪੂਰਾ ਹੋ ਜਾਂਦਾ ਜਾਂ ਨਹੀਂ ਪੂਰਾ ਹੁੰਦਾ, ਅਸੀਂ ਦੂਰ ਹੋ ਜਾਂਦੇ ਹਾਂ। ਗੁਰੂ ਨੂੰ ਨਾ ਤੇ ਸਾਡੇ ਤੋਂ ਕੋਈ ਸਵਾਰਥ ਹੈ, ਨਾ ਕੋਈ ਲਾਲਚ ਹੈ। ਇਸ ਕਰਕੇ ਉਹ ਤਾਂ ਚਾਹੁੰਦਾ ਹੈ ਵੀ ਸਦਾ ਅਸੀਂ ਉਹਦੇ ਚਰਨਾਂ ਨਾਲ ਜੁੜੇ ਰਹੀਏ। ਹੁਣ ਉੱਥੇ ਇੱਕ ਬਚਨ ਕੀਤਾ, ਮਹਾਂ ਸਿੰਘ ਦੱਸ ਕੀ ਮੰਗਦਾ ਹੈ? ਕਮਾਲ ਦੀ ਗੱਲ ਹੈ, ਮਹਾਂ ਸਿੰਘ ਨੇ ਸਵਰਗ ਨਹੀਂ ਮੰਗੇ, ਮਹਾਂ ਸਿੰਘ ਨੇ ਕੋਈ ਯਾਦਗਾਰ ਨਹੀਂ ਮੰਗੀ ਵੀ ਮੇਰੀ ਬਣਾ ਦਿਓ, ਵੀ ਦੁਨੀਆ ਮੈਨੂੰ ਪੂਜੇ ਆ ਕੇ। ਮਹਾਂ ਸਿੰਘ ਨੇ ਇੱਥੇ ਜ਼ਿੰਦਗੀ ਵੀ ਨਹੀਂ ਮੰਗੀ ਵੀ ਮਹਾਰਾਜ ਤੁਹਾਡੇ ਹੱਥਾਂ ਵਿੱਚ ਹਰ ਇੱਕ ਸਮਰੱਥਾ ਤਾਕਤ ਹੈ ਕਿ ਤੁਸੀਂ ਮੈਨੂੰ 2-3 ਸਾਲ ਜ਼ਿੰਦਗੀ ਦੇ ਦਿਓ। ਨਹੀਂ, ਇੱਥੇ ਕੀ ਮੰਗਿਆ? ਮਹਾਰਾਜ ਆ ਟੁੱਟੀ ਗੰਢ ਦਿਓ, ਬਿਦਾਵਾ ਪਾੜ ਦਿਓ। ਮਹਾਰਾਜ ਨੇ ਬਿਦਾਵਾ ਕੱਢਿਆ ਤੇ ਪਾੜ ਦਿੱਤਾ। ਕਹਿਣ ਲੱਗੇ ਮਹਾਂ ਸਿੰਘ ਤੂੰ ਮੇਰਾ ਬੱਚਾ ਆ, ਮੇਰਾ ਪੁੱਤਰ ਆ, ਗੁਰੂ ਨੂੰ ਤੇਰੇ ਤੋਂ ਕੋਈ ਨਾਰਾਜ਼ਗੀ ਨਹੀਂ। ਸੀਨੇ ਨਾਲ ਲਾ ਲਿਆ, ਕਿੰਨਾ ਦਿਆਲੂ ਹੈ ਗੁਰੂ, ਟੁੱਟੀ ਗੰਢਣੀ ਜਾਣਦਾ ਹੈ। ਅਸੀਂ ਮਿੰਟ 'ਚ ਤੋੜ ਲੈਂਦੇ ਹਾਂ, ਪਰ ਉਹ ਚਾਹੁੰਦਾ ਹੈ ਵੀ ਜੇ ਅਸੀਂ ਟੁੱਟੇ ਹਾਂ ਤਾਂ ਅਸੀਂ ਜੁੜ ਜਾਈਏ। ਮਹਾਰਾਜ ਕਹਿ ਰਹੇ ਨੇ ਟੁੱਟੀ ਗੰਢਣ ਹਾਰ ਗੋਪਾਲ, ਉਹ ਤਾਂ ਟੁੱਟੀ ਗੰਢਣ ਵਾਲਾ ਹੈ, ਸਾਰੇ ਜੀਵਾਂ ਦੀ ਪਾਲਣਾ ਕਰਨ ਵਾਲਾ ਹੈ। ਸਗਲ ਕੀ ਚਿੰਤਾ ਜਿਸ ਮਨ ਮਾਹੇ, ਜਿਹਦੇ ਮਨ ਵਿੱਚ ਸਾਰਿਆਂ ਦੀ ਚਿੰਤਾ ਹੈ। ਤੈਨੂੰ ਪਰਿਵਾਰ ਦੀ ਚਿੰਤਾ ਹੋਵੇਗੀ, ਆਪਣੀ ਚਿੰਤਾ ਹੋਵੇਗੀ, ਰੱਬ ਨੂੰ ਸਾਰਿਆਂ ਦੀ ਚਿੰਤਾ ਹੈ। ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ, ਜਲ ਮੈਂ ਜੰਤ ਪਾਏ ਕਿ ਤਿਨਾ ਵੀ ਰੋਜੀ ਦੇ। ਉਹ ਤੇ ਭਲਿਆ ਉਹਨਾਂ ਨੂੰ ਵੀ ਰਿਜ਼ਕ ਦੇ ਰਿਹਾ ਹੈ, ਜਿੱਥੇ ਜੀਵਾਂ ਦਾ ਕੋਈ ਹੋਰ ਸਹਾਰਾ ਨਹੀਂ। ਜੀਆਂ ਕਾ ਆਹਾਰ ਜੀ ਬਣ ਕੇ ਤੇ ਜੀਵਾਂ ਦੀ ਜਿਹੜੀ ਆ ਪੇਟ ਪੂਰਤੀ ਕਰ ਰਿਹਾ ਹੈ, ਤਾਂ ਉਹਨੂੰ ਬੜੀ ਚਿੰਤਾ ਹੈ ਸਾਰਿਆਂ ਦੀ ਭਾਈ। ਤਿਸ ਤੇ ਬਿਰਥਾ ਕੋਈ ਨਾ ਹੈ। ਬਿਰਥਾ ਦਾ ਅਰਥ ਇੱਥੇ ਆਇਆ ਖਾਲੀ, ਉਹਦੇ ਦਰ ਤੇ ਜਿਹੜਾ ਆਉਂਦਾ ਕੋਈ ਖਾਲੀ ਨਹੀਂ ਜਾਂਦਾ। ਰੇ ਮਨ ਮੇਰੇ ਸਦਾ ਹਰ ਜਾਪ, ਮੇਰੇ ਮਨ ਤੂੰ ਸਦਾ ਅਕਾਲ ਪੁਰਖ ਨੂੰ ਜਪਿਆ ਕਰ। ਅਵਿਨਾਸ਼ੀ ਪ੍ਰਭ ਆਪੇ ਆਪ, ਪਰਮਾਤਮਾ ਅਵਿਨਾਸ਼ੀ ਹੈ, ਕਦੀ ਨਾਸ਼ ਨਹੀਂ ਹੁੰਦਾ। ਤੇ ਉਹ ਅਕਾਲ ਪੁਰਖ ਪਰਮਾਤਮਾ ਆਪਣੇ ਆਪ ਨੂੰ ਆਪ ਹੀ ਜਾਣਦਾ ਹੈ। ਆਪਣੇ ਕੀਆ ਕਛੂ ਨਾ ਹੋਏ, ਸਾਡੇ ਕੀਤਿਆਂ ਕੁਛ ਨਹੀਂ ਹੋਣ ਵਾਲਾ। ਜੇ ਸੋ ਪ੍ਰਾਣੀ ਲੋਚੈ ਕੋਏ, ਜੇ ਕੋਈ ਬੰਦਾ 100 ਤਰੀਕੇ ਅਪਣਾਉਣ ਲੱਗ ਜਾਵੇ ਤੇ ਇਹ ਤਾਂਘ ਰੱਖੇ ਕਿ ਮੇਰੇ ਕੀਤਿਆਂ ਕੁਛ ਹੋ ਜਾਵੇਗਾ, ਤੇਰੇ ਕੀਤਿਆਂ ਕੁਛ ਨਹੀਂ ਹੋਣਾ ਭਾਈ। ਤਿਸ ਬਿਨ ਨਾਹੀ ਤੇਰੇ ਕਿਛ ਕਾਮ,
ਅਕਾਲ ਪੁਰਖ ਤੋਂ ਬਿਨਾਂ ਹੋਰ ਤੇਰਾ ਕੋਈ ਵੀ ਕੰਮ ਆਉਣ ਵਾਲਾ ਨਹੀਂ ਹੈ। ਇੱਕ ਰੱਬ ਹੀ ਹੈ ਜਿਹੜਾ ਅੰਤਲੇ ਵੇਲੇ ਤੇਰੇ ਕੰਮ ਆਵੇਗਾ। ਗਤ ਨਾਨਕ ਜਬ ਏਕ ਹਰ ਨਾਮ, ਹੇ ਨਾਨਕ ਉਸ ਅਕਾਲ ਪੁਰਖ ਦਾ ਨਾਮ ਜਪਿਆ ਕਰ। ਨਾਮ ਜਪਿਆ ਤੇਰੀ ਆਤਮਿਕ ਅਵਸਥਾ ਉੱਚੀ ਹੋ ਜਾਵੇਗੀ, ਤੇਰੀ ਹਾਲਤ ਚੰਗੀ ਹੋ ਜਾਵੇਗੀ। ਰੂਪਵੰਤ ਹੋਏ ਨਾਹੀਂ ਮੋਹ ਹੈ। ਹੁਣ ਇੱਥੇ ਮਹਾਰਾਜ ਮਨੁੱਖ ਨੂੰ ਸਮਝਾਉਂਦੇ ਨੇ ਕਿ ਜੇ ਤੂੰ ਅੱਤ ਦਾ ਸੁੰਦਰ ਹੈ, ਖੂਬਸੂਰਤ ਹੈ ਨਾ, ਤੇ ਇਹਦੇ ਤੇ ਮਾਣ ਨਾ ਕਰੀ, ਮੋਹ ਨਾ ਕਰੀ ਵੀ ਮੈਂ ਬਹੁਤ ਸੋਹਣਾ ਹਾਂ। ਪ੍ਰਭ ਕੀ ਜੋਤ ਸਗਲ ਘਟ ਸੋ ਹੈ। ਇਹ ਤੇ ਰੱਬ ਦੀ ਜੋਤ ਸਾਰਿਆਂ ਵਿੱਚ ਸ਼ੋਭ ਰਹੀ ਹੈ। ਇਹ ਰੱਬ ਨੇ ਹੀ ਸਾਰਿਆਂ ਨੂੰ ਸੁੰਦਰਤਾ ਦਿੱਤੀ ਹੈ, ਸੋਹਣਾ ਬਣਾਇਆ ਹੈ। ਇਸ ਕਰਕੇ ਇਹਦੇ ਤੇ ਮਾਣ ਨਹੀਂ ਕਰਨਾ। ਧਨਵੰਤਾ ਹੋਏ ਕਿਆ ਕੋ ਗਰਭ ਹੈ। ਜੇ ਕੋਈ ਬੰਦਾ ਅਮੀਰ ਹੋ ਜਾਵੇ ਤੇ ਉਹ ਗਰਭ ਹੰਕਾਰ ਕਰ ਲਵੇ। ਮਹਾਰਾਜ ਆਖਦੇ ਨੇ ਭਾਈ ਅਮੀਰ ਹੋ ਕੇ ਤੇ ਕਾਹਦਾ ਹੰਕਾਰ ਕਰਨਾ। ਜਾਂ ਸਭ ਕਿਛ ਤਿਸਕਾ ਦੀਆ ਦਰਬੈ। ਜਦੋਂ ਕਿ ਸਾਰਾ ਧਨ ਅਕਾਲ ਪੁਰਖ ਨੇ ਤੈਨੂੰ ਦਿੱਤਾ ਹੈ, ਤੇ ਜਿਹੜੀ ਚੀਜ਼ ਤੂੰ ਰੱਬ ਕੋਲੋਂ ਲਈ ਹੈ ਉਹਦਾ ਕਾਹਦਾ ਮਾਣ ਕਰਦਾ ਹੈ। ਪਰਮੇਸ਼ਰ ਨੇ ਤੈਨੂੰ ਦਾਤਾਂ ਦਿੱਤੀਆਂ ਨੇ। ਅਤ ਸੂਰਾ ਜੇ ਕੋ ਕਹਾਵੇ। ਜੇ ਕੋਈ ਬੰਦਾ ਆਖੇ ਵੀ ਮੈਂ ਬੜਾ ਵੱਡਾ ਸੂਰਮਾ ਹਾਂ, ਮੇਰੇ ਵਰਗਾ ਕੋਈ ਸੂਰਮਾ ਨਹੀਂ। ਪ੍ਰਭ ਕੀ ਕਲਾ ਬਿਨਾ ਕਹਿ ਧਾਵੇ। ਮਹਾਰਾਜ ਆਖਦੇ ਨੇ ਰੱਬ ਦੀ ਸ਼ਕਤੀ ਤੋਂ ਬਿਨਾਂ ਦੌੜ ਕੇ ਵਿਖਾ। ਫਿਰ ਤੂੰ ਕਹਿੰਦਾ ਮੈਂ ਸੂਰਮਾ ਹਾਂ, ਤਾਕਤਵਰ ਹਾਂ, ਰੱਬ ਦੀ ਤਾਕਤ ਤੋਂ ਬਿਨਾਂ ਭਾਈ ਤੂੰ ਦੌੜ ਵੀ ਨਹੀਂ ਸਕਦਾ। ਜੇ ਕੋ ਹੋਏ ਬਹਿ ਦਾਤਾਰ। ਤੇ ਜੇ ਕੋਈ ਬੰਦਾ ਦਾਤਾ ਬਣ ਕੇ ਬਹਿ ਜਾਵੇ, ਰੱਬ ਦੀਆਂ ਦਾਤਾਂ ਲੈ ਕੇ ਆਖੇ ਮੈਂ ਹੀ ਦਾਤਾ ਵਾਂ, ਤਿਸ ਦੇਨ ਹਾਰ ਜਾਣੈ ਗਾਵਾਰ। ਮਹਾਰਾਜ ਆਖਦੇ ਨੇ ਇਹੋ ਜਿਹੇ ਦਾਤੇ ਨੂੰ ਮੂਰਖ ਸਮਝੋ ਜਿਹੜਾ ਰੱਬ ਤੋਂ ਦਾਤਾਂ ਲੈ ਕੇ ਤੇ ਦੇਨਹਾਰ ਪ੍ਰਭੂ ਨੂੰ ਵਿਸਾਰ ਕੇ ਬੈਠਾ ਤੇ ਆਪ ਦਾਤਾ ਬਣ ਕੇ ਬਹਿ ਗਿਆ। ਜਿਸ ਗੁਰ ਪ੍ਰਸਾਦ ਟੂਟੈ ਹਉ ਰੋਗ। ਗੁਰੂ ਦੀ ਕਿਰਪਾ ਨਾਲ ਜਿੰਦਾ ਹਉਮੈ ਰੋਗ ਟੁੱਟ ਜਾਂਦਾ ਹੈ, ਅੰਦਰੋਂ ਹਉਮੈ ਖਤਮ ਹੋ ਜਾਂਦੀ ਹੈ। ਨਾਨਕ ਸੋ ਜਨ ਸਦਾ ਅਰੋਗ। ਹੇ ਨਾਨਕ ਸਮਝੋ ਉਹ ਬੰਦਾ ਹੀ ਅਰੋਗ ਹੈ। ਉਹ ਅਰੋਗ ਹੋ ਗਿਆ, ਤੰਦਰੁਸਤ ਹੋ ਗਿਆ, ਜਿਹਦੇ ਅੰਦਰੋਂ ਹਉਮੈ ਰੋਗ ਖਤਮ ਹੋ ਗਿਆ। ਜਿਉਂ ਮੰਦਰ ਕੋ ਥਾਮੈ ਥੰਮਣ। ਜਿਵੇਂ ਇੱਕ ਮਹਿਲ ਨੂੰ, ਇੱਕ ਮੰਦਰ ਨੂੰ ਪਿੱਲਰ ਜਿਹੜੇ ਹਨ ਉਹ ਸਹਾਰਾ ਦੇ ਕੇ ਰੱਖਦੇ ਨੇ, ਇਹਨਾਂ ਨੂੰ ਪੰਜਾਬੀ ਵਿੱਚ ਥੰਮ ਕਹਿੰਦੇ ਆ। ਮਹਾਰਾਜ ਆਖਦੇ ਨੇ ਵੀ ਇੱਕ ਘਰ ਨੂੰ ਥੰਮ ਜਿਹੜਾ ਹੈ ਉਹ ਸੰਭਾਲ ਕੇ ਰੱਖਦਾ ਹੈ, ਡਿੱਗਣ ਨਹੀਂ ਦਿੰਦਾ। ਇਸੇ ਤਰ੍ਹਾਂ ਬੰਦੇ ਦਾ ਮਨ ਜਿਹੜਾ ਬਾਰ-ਬਾਰ ਡਿੱਗਦਾ ਹੈ ਨਾ, ਇਹਦੇ ਵਾਸਤੇ ਗੁਰੂ ਦਾ ਸ਼ਬਦ ਹੀ ਸਹਾਰਾ ਹੈ। ਤਿਉਂ ਗੁਰ ਕਾ ਸ਼ਬਦ ਮਨੈ ਅਸਥੰਮਣ। ਤਿਵੇਂ ਗੁਰੂ ਦਾ ਸ਼ਬਦ ਇਸ ਮਨ, ਜੋ ਮਨ ਬਾਰ-ਬਾਰ ਡਿੱਗ ਜਾਂਦਾ ਹੈ ਮਾਇਆ ਦੇ ਕਾਰਨ, ਫਿਰ ਇਹਨੂੰ ਸਹਾਰਾ ਦਿੰਦਾ ਹੈ ਸ਼ਬਦ। ਜਿਉਂ ਪਾਖਾਨ ਨਾਵ ਚੜ੍ਹ ਤਰੈ। ਜਿਵੇਂ ਪੱਥਰ ਨੂੰ ਬੇੜੀ ਵਿੱਚ ਰੱਖਦੇ ਹੋ ਤੇ ਉਹ ਤਰ ਕੇ ਪਾਰ ਹੋ ਜਾਂਦਾ ਹੈ ਨਾ, ਇਸੇ ਤਰ੍ਹਾਂ ਮਹਾਰਾਜ ਆਖਦੇ ਨੇ ਪ੍ਰਾਣੀ ਗੁਰ ਚਰਨ ਲਗਤ ਨਿਸਤਰੈ। ਬੰਦਾ ਗੁਰੂ ਚਰਨਾਂ ਨਾਲ ਜੁੜ ਜਾਵੇ ਤੇ ਉਹ ਭਵਜਲ ਤੋਂ ਤਰ ਜਾਂਦਾ ਹੈ। ਜਿਉਂ ਅੰਧਕਾਰ ਦੀਪਕ ਪ੍ਰਗਾਸ। ਜਿਵੇਂ ਹਨੇਰੇ ਨੂੰ ਦੀਵੇ ਦਾ ਪ੍ਰਕਾਸ਼ ਦੂਰ ਕਰ ਦਿੰਦਾ ਹੈ। ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ। ਇਸੇ ਤਰ੍ਹਾਂ ਜਦੋਂ ਗੁਰੂ ਦੇ ਦੀਦਾਰ ਹੁੰਦੇ ਨੇ ਤੇ ਮਨ ਵਿੱਚ ਗਿਆਨ ਵਸ ਜਾਂਦਾ ਹੈ ਤੇ ਬੰਦੇ ਦੇ ਅੰਦਰ ਖੇੜਾ ਪੈਦਾ ਹੋ ਜਾਂਦਾ ਹੈ। ਜਿਉਂ ਮਹਾ ਉਦਿਆਨ ਮੈਂ ਮਾਰਗ ਪਾਵੇ। ਜਿਵੇਂ ਕੋਈ ਜੰਗਲ ਦੇ ਵਿੱਚ ਬੰਦਾ ਭਟਕ ਜਾਵੇ ਤੇ ਅਚਾਨਕ ਉਹਨੂੰ ਰਾਹ ਲੱਭ ਜਾਵੇ ਤੇ ਕਿੰਨਾ ਖੁਸ਼ ਹੁੰਦਾ ਹੈ। ਇਸੇ ਤਰ੍ਹਾਂ ਮਹਾਰਾਜ ਆਖਦੇ ਨੇ ਤਿਉਂ ਸਾਧੂ ਸੰਗ ਮਿਲ ਜੋਤ ਪ੍ਰਗਟਾਵੇ। ਭਲੇ ਪੁਰਸ਼ਾਂ ਦੀ ਸੰਗਤ ਕਰਦਿਆਂ ਕਰਦਿਆਂ ਬੰਦੇ ਨੂੰ ਉਹ ਅੰਦਰੋਂ ਜੋਤ ਜਿਹੜੀ ਹੈ ਨਜ਼ਰ ਆ ਜਾਂਦੀ ਹੈ, ਪ੍ਰਗਟ ਹੋ ਜਾਂਦੀ ਹੈ। ਅਖੀਰ ਮਹਾਰਾਜ ਰਹਿਮਤ ਕਰਦੇ ਨੇ ਤਿੰਨ ਸੰਤਨ ਕੀ ਬਾਝੋਂ ਧੂਰ। ਉਹਨਾਂ ਸੰਤ ਜਨਾਂ ਦੇ ਚਰਨਾਂ ਦੀ ਮੈਂ ਧੂੜ ਮੰਗਦਾ ਵਾਂ। ਨਾਨਕ ਕੀ ਹਰ ਲੋਚਾ ਪੂਰ। ਨਾਨਕ ਦੀ ਬਸ ਇੱਕੋ ਹੀ ਲੋਚਾ ਹੈ, ਇੱਕੋ ਹੀ ਅਰਦਾਸ ਹੈ ਬਸ। ਉਹ ਕਿਹੜੀ ਹੈ ਕਿ ਮੈਨੂੰ ਸੰਤ ਜਨਾਂ ਦੇ ਚਰਨਾਂ ਦੀ ਧੂੜ ਮਿਲ ਜਾਵੇ, ਭਾਵ ਉਹਨਾਂ ਦੀ ਸਿੱਖਿਆ ਮਿਲ ਜਾਵੇ, ਤਾਂ ਜੋ ਮੇਰਾ ਵੀ ਜੀਵਨ ਸਫਲਾ ਹੋ ਜਾਵੇ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਅਪਾਰ ਰਹਿਮਤ ਕੀਤੀ ਹੈ, ਸਾਨੂੰ ਉਸ ਪਰਿਪੂਰਨ ਪਰਮਾਤਮਾ ਦੀਆਂ ਬਖਸ਼ਿਸ਼ਾਂ ਬਾਰੇ ਜਾਣੂ ਕਰਾਇਆ ਹੈ ਕਿ ਉਹ ਦਾਤਾ ਬੜੀਆਂ ਰਹਿਮਤਾਂ ਕਰਨ ਵਾਲਾ ਹੈ। ਪਰ ਬੰਦਾ ਹੰਕਾਰ ਦੇ ਕਾਰਨ, ਹਉਮੈ ਦੇ ਕਾਰਨ ਉਹਦੇ ਤੋਂ ਦੂਰ ਹੋ ਜਾਂਦਾ ਹੈ। ਪਰ ਜੇ ਕਿਤੇ ਗੁਰੂ ਦੀ ਬਖਸ਼ਿਸ਼ ਹੋ ਜਾਵੇ ਤਾਂ ਟੁੱਟਿਆ ਹੋਇਆ ਮਨੁੱਖ ਵੀ ਮੁੜ ਪਰਮਾਤਮਾ ਨਾਲ ਜੁੜ ਜਾਂਦਾ ਹੈ ਤੇ ਉਹਦੇ ਗੁਣ ਗਾ ਕੇ ਜੀਵਨ ਸਫਲਾ ਕਰ ਲੈਂਦਾ ਹੈ।
सतगुर सबना दी हाज़री प्रवान करन। होइयां भुल्लां चुकां दी खिमा। वाहिगुरू जी का खालसा वाहिगुरू जी की